ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਕ ਕਵਾਉ ਪਸਾਉ ਕਰ, ਓਅੰਕਾਰ ਅਕਾਰ ਪਸਾਰਾ। ਪੌਣ ਪਾਣੀ ਬੈ ਸੰਤਰੋ, ਧਰਤ ਅਗਾਸ ਧਰੇ ਨਿਰਧਾਰਾ। ਰੋਮ ਰੋਮ ਵਿੱਚ ਰਖਿਓਨ, ਕਰਵਰ ਭੰਡ ਕਰੋੜ ਅਕਾਰਾ। ਪਾਰ ਬ੍ਰਹਮ ਪੂਰਨ ਬ੍ਰਹਮ, ਅਗਮ ਅਗੋਚਰ ਅਲਖ ਅਪਾਰਾ। ਪਿਰਮ ਪਿਆਲੇ ਵਸ ਹੋਏ, ਭਗਤ ਵਸ਼ਲ ਹੋਏ ਸਿਰਜਣਹਾਰਾ। ਬੀਉ ਬੀਜ ਅਤਿ ਸੂਖਮੁ, ਤਿੱਦੂ ਹੋਏ ਵੱਡ ਬਿਰਖ ਵਿਥਾਰਾ। ਫਲ ਵਿੱਚ ਬੀਉ ਸਮਾਏ ਕੈ, ਇਕ ਦੂ ਬੀਅਹੁ ਲੱਖ ਹਜ਼ਾਰਾ। ਗੁਰਮੁਖ ਸੁਖ ਫਲ ਪਿਰਮ ਰਸ, ਗੁਰ ਸਿੱਖਾਂ ਸਤਿਗੁਰੂ ਪਿਆਰਾ। ਸਾਧ ਸੰਗਤ ਸੱਚਖੰਡ ਵਿੱਚ, ਸਤਿਗੁਰ ਪੁਰਖ ਵਸੈ ਨਿਰੰਕਾਰਾ। ਭਾਏ ਭਗਤ ਗੁਰਮੁਖ ਨਿਸਤਾਰਾ, ਭਾਏ ਭਗਤ ਗੁਰਮੁਖ ਨਿਸਤਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਦੀ 6ਵੀਂ ਵਾਰ ਦੀ ਚੌਥੀ ਪੌੜੀ ਤੋਂ ਅੱਜ ਦੀ ਵਿਚਾਰ ਆਰੰਭ ਹੁੰਦੀ ਹੈ। ਭਾਈ ਸਾਹਿਬ ਜੀ ਇਸ ਪੌੜੀ ਦੇ ਵਿੱਚ ਸਾਨੂੰ ਦੱਸਦੇ ਹੈ, ਇਹ ਸਾਰੀ ਸ੍ਰਿਸ਼ਟੀ ਪਰਮਾਤਮਾ ਨੇ ਬਣਾਈ ਹੈ। ਬੀਜ ਰੂਪ ਪਰਮੇਸ਼ਰ ਹੈ, ਸਾਰੇ ਆਕਾਰ ਉਸੇ ਦੇ ਬਣਾਏ ਨੇ, ਕਰੋੜਾਂ ਬ੍ਰਹਿਮੰਡ ਉਸਨੇ ਸਾਜੇ ਹੋਏ ਹੈ। ਸੋ ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਭਾਈ ਗੁਰਦਾਸ ਜੀ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ। ਇਕ ਕਵਾਉ ਪਸਾਉ ਕਰ, ਓਅੰਕਾਰ ਅਕਾਰ ਪਸਾਰਾ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹੈ, ਪਰਮਾਤਮਾ ਨੇ ਆਪਣੇ ਇੱਕ ਵਾਕ ਦੇ ਨਾਲ, ਇੱਕ ਬੋਲ ਦੇ ਨਾਲ ਇਹ ਸਾਰਾ ਪਸਾਰਾ ਕੀਤਾ ਹੈ। ਓਅੰਕਾਰ ਅਕਾਰ ਪਸਾਰਾ, ਓਅੰਕਾਰ ਕਿਹਾ ਤੇ ਇਸ ਵਾਕ ਦੇ ਨਾਲ ਇਹ ਜਿੰਨਾ ਵੀ ਆਕਾਰ ਅਸੀਂ ਵੇਖਦੇ ਹਾਂ ਇਹਦਾ ਪਸਾਰਾ ਹੋਇਆ। ਓਅੰਕਾਰ ਇਹ ਵਾਕ ਬੋਲ ਕੇ ਸਾਰੀ ਸ੍ਰਿਸ਼ਟੀ ਦਾ ਪਸਾਰਾ ਪਰਮੇਸ਼ਰ ਨੇ ਆਪ ਕੀਤਾ ਹੈ। ਪੌਣ ਪਾਣੀ ਬੈ ਸੰਤਰੋ, ਧਰਤ ਆਗਾਸ ਧਰੇ ਨਿਰਧਾਰਾ।
ਇਹ ਪੰਜੇ ਤੱਤ ਪੌਣ, ਹਵਾ, ਪਾਣੀ, ਅੱਗ, ਧਰਤੀ ਤੇ ਆਕਾਸ਼, ਇਹ ਸਾਰੇ ਵਾਹਿਗੁਰੂ ਪਰਮੇਸ਼ਰ ਨੇ ਬਣਾਏ ਹੈ ਤੇ ਆਪਣੇ ਹੁਕਮ ਦੇ ਵਿੱਚ ਇਹਨਾਂ ਨੂੰ ਰੱਖਿਆ ਹੈ। ਨਿਰਧਾਰਾ ਦਾ ਅਰਥ ਹੁੰਦਾ ਕਿਸੇ ਬਿਨਾਂ ਆਸਰੇ ਤੋਂ। ਇਹ ਪੰਜੇ ਹੀ ਤੱਤ ਇਹ ਪਰਮਾਤਮਾ ਦੇ ਆਸਰੇ ਟਿਕੇ ਨੇ। ਪੌਣ, ਪਾਣੀ, ਅੱਗ, ਧਰਤੀ, ਆਕਾਸ਼, ਇਹ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਹਨ। ਇਹ ਸਾਰੇ ਉਹਨੇ ਬਣਾਏ ਹੈ ਤੇ ਉਹਨੇ ਫਿਰ ਆਪਣੇ ਹੁਕਮ ਦੇ ਵਿੱਚ ਇਹਨਾਂ ਨੂੰ ਰੱਖਿਆ ਹੋਇਆ ਹੈ। ਰੋਮ ਰੋਮ ਵਿੱਚ ਰੱਖਿਓਨ, ਕਰਵਰ ਭੰਡ ਕਰੋੜ ਅਕਾਰਾ। ਭਾਈ ਗੁਰਦਾਸ ਸਾਹਿਬ ਨੂੰ ਪੁੱਛੀਏ, ਭਾਈ ਸਾਹਿਬ ਜੀ, ਕੀ ਪਰਮਾਤਮਾ ਨੇ ਜੋ ਸ੍ਰਿਸ਼ਟੀ ਬਣਾਈ ਹੈ ਉਹ ਇੱਕੋ ਹੀ ਬ੍ਰਹਿਮੰਡ ਹੈ ਜਾਂ ਹੋਰ ਵੀ? ਤਾਂ ਭਾਈ ਸਾਹਿਬ ਜੀ ਕਹਿੰਦੇ ਨੇ, ਰੋਮ ਰੋਮ ਵਿੱਚ ਰੱਖਿਓਨ। ਪਰਮੇਸ਼ਰ ਨੇ ਆਪਣੇ ਇੱਕ ਰੋਮ ਦੇ ਵਿੱਚ, ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਿਮੰਡਾਂ ਦੇ ਆਕਾਰ ਬਣਾ ਕੇ ਰੱਖੇ ਹੈ। ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ। ਪ੍ਰਤ ਪਾਲੈ ਨਿਤ ਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਮਹਾਰਾਜ ਜੀ ਕਹਿੰਦੇ ਨੇ, ਇੱਕ ਬ੍ਰਹਿਮੰਡ ਨਹੀਂ, ਉਹਨੇ ਕਰੋੜਾਂ ਬ੍ਰਹਿਮੰਡ ਸਾਜੇ ਹੈ ਤੇ ਕਰੋੜਾਂ ਬ੍ਰਹਿਮੰਡਾਂ ਨੂੰ ਸਾਜਣ ਵਾਲਾ, ਇਹਨਾਂ ਬ੍ਰਹਿਮੰਡਾਂ ਦੇ ਵਿੱਚ ਵਸਦੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ। ਪ੍ਰਤਪਾਲਣਾ ਕਰਦਾ ਹੈ, ਸਾਰ ਸੰਭਾਲ ਕਰਦਾ ਹੈ। ਪਰ ਇਹ ਮੂਰਖ ਬੰਦਾ ਪਰਮੇਸ਼ਰ ਦੇ ਪਰਉਪਕਾਰਾਂ ਨੂੰ ਜਾਣਦਾ ਨਹੀਂ। ਰੋਮ ਰੋਮ ਵਿੱਚ ਰੱਖਿਓਨ, ਕਰਵਰ ਭੰਡ ਕਰੋੜ ਅਕਾਰਾ। ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਬ੍ਰਹਿਮੰਡਾਂ ਦੇ ਆਕਾਰ ਬਣਾ ਕੇ ਪਰਮਾਤਮਾ ਨੇ ਰੱਖੇ ਹੈ। ਪਾਰ ਬ੍ਰਹਮ ਪੂਰਨ ਬ੍ਰਹਮ, ਅਗਮ ਅਗੋਚਰ ਅਲਖ ਅਪਾਰਾ। ਪਾਰ ਬ੍ਰਹਮ ਉਹ ਆਪ ਹੀ ਪੂਰਨ ਬ੍ਰਹਮ ਹੈ, ਅਥਵਾ ਪਾਰ ਬ੍ਰਹਮ ਉਹ ਨਿਰਗੁਣ ਸਰੂਪ ਆਪ ਹੈ ਤੇ ਪੂਰਨ ਬ੍ਰਹਮ ਉਸੇ ਦਾ ਸਰਗੁਣ ਸਰੂਪ ਸਤਿਗੁਰੂ ਜੀ ਹਨ। ਅਗਮ ਮਨ ਦੀ ਪਹੁੰਚ ਤੋਂ ਪਰੇ ਹੈ। ਅਗੋਚਰ ਉਹ ਇੰਦਰੀਆਂ ਦਾ ਵਿਸ਼ਾ ਨਹੀਂ। ਜਿਵੇਂ ਅਸੀਂ ਕੁਝ ਵੇਖਦੇ ਹਾਂ, ਅੱਖਾਂ ਦਾ ਵਿਸ਼ਾ ਹੈ, ਵੇਖ ਰਹੇ ਹਾਂ। ਕਿਸੇ ਚੀਜ਼ ਨੂੰ ਫੜਦੇ ਹਾਂ, ਹੱਥਾਂ ਦਾ ਵਿਸ਼ਾ ਹੈ, ਹੱਥ ਦੇ ਨਾਲ ਫੜੀ ਜਾਂਦੀ ਹੈ। ਸਾਡੀਆਂ ਸਰੀਰ ਦੀਆਂ ਇੰਦਰੀਆਂ ਦਾ ਵਿਸ਼ਾ ਤਾਂ ਹੈ ਹੀ ਨਹੀਂ। ਹੱਥ ਦੇ ਨਾਲ ਫੜਿਆ ਨਹੀਂ ਜਾ ਸਕਦਾ, ਪੈਰਾਂ ਨਾਲ ਚੱਲ ਕੇ ਉਹਦੇ ਤੱਕ ਨਹੀਂ ਅੱਪੜਿਆ ਜਾ ਸਕਦਾ, ਇਹ ਬਾਹਰ ਦੀਆਂ ਅੱਖਾਂ ਦੇ ਨਾਲ ਦੇਖਿਆ ਨਹੀਂ ਜਾ ਸਕਦਾ। ਨਾਨਕ ਸੇ ਅੱਖੜੀਆਂ ਬਿਆਨ, ਜਿਨੀ ਡਿਸੰਦੋ ਮਾਂ ਪੇਰੀ। ਉਹ ਅੱਖਾਂ ਹੋਰ ਨੇ। ਮਨ ਦੀ ਪਹੁੰਚ ਤੋਂ ਪਰੇ ਹੈ, ਇੰਦਰੀਆਂ ਦਾ ਵਿਸ਼ਾ ਨਹੀਂ। ਅਲਖ ਅਪਾਰ ਹੈ, ਅਲਖ ਜਾਣਨ ਤੋਂ ਰਹਿਤ, ਲਖਤਾ ਤੋਂ ਰਹਿਤ। ਤੇ ਅਪਾਰਾ, ਨਾ ਉਹਦਾ ਉਰਲਾ ਕਿਨਾਰਾ ਨਾ ਪਰਲਾ ਕਿਨਾਰਾ, ਪਾਰਾਵਾਰ ਤੋਂ ਰਹਿਤ ਹੈ। ਪਿਰਮ ਪਿਆਲੇ ਵਸ ਹੋਏ, ਭਗਤ ਵਸ਼ਲ ਹੋਏ ਸਿਰਜਣਹਾਰਾ। ਜਿਨ੍ਹਾਂ ਨੇ ਪ੍ਰੇਮ ਦਾ ਪਿਆਲਾ ਪੀਤਾ ਹੈ, ਪਰਮਾਤਮਾ ਦੇ ਨਾਮ ਅੰਮ੍ਰਿਤ ਦਾ ਇਹ ਪ੍ਰੇਮ ਦਾ ਪਿਆਲਾ ਪੀਤਾ ਹੈ, ਪਰਮਾਤਮਾ ਉਹਨਾਂ ਦੇ ਵਸ ਵਿੱਚ ਹੋਇਆ ਹੈ। ਕਿਉਂਕਿ ਉਹਨਾਂ ਗੁਰਮੁਖਾਂ ਦੇ
ਉਹਨਾਂ ਭਗਤਾਂ ਦੇ ਅੰਦਰ ਵਾਹਿਗੁਰੂ ਦਾ ਪ੍ਰੇਮ ਹੈ। ਤੇ ਪ੍ਰੇਮ ਦੀਆਂ ਡੋਰਾਂ ਪਾ ਕੇ ਭਗਤ ਜਿਹੜੇ ਹੈ ਪਰਮਾਤਮਾ ਨੂੰ ਆਪਣੇ ਵੱਸ ਵਿੱਚ ਕਰ ਲੈਂਦੇ ਹੈ। ਪਰਮੇਸ਼ਰ ਵੱਲੋਂ ਬੋਲ ਹਨ, ਅਸੀਂ ਬਾਣੀ ਵਿੱਚ ਪੜ੍ਹਦੇ ਹਾਂ, ਮੇਰੀ ਬਾਂਦੀ ਭਗਤ ਛਡਾਵੈ, ਬਾਂਧੈ ਭਗਤ ਨ ਛੂਟੈ ਮੋਹੇ, ਏਕ ਸਮੈ ਮੋਹ ਕਉ ਗਹਿ ਬਾਂਧੈ, ਤਉ ਫੁਨ ਮੋਹ ਪੈ ਜਵਾਬ ਨ ਹੋਏ। ਜਦੋਂ ਭਗਤ ਪ੍ਰੇਮ ਦੀ ਡੋਰ ਪਾ ਕੇ ਮੈਨੂੰ ਬੰਨ੍ਹ ਲੈਂਦਾ ਹੈ ਤੇ ਮੈਂ ਫਿਰ ਉਹਨੂੰ ਜਵਾਬ ਨਹੀਂ ਦੇ ਸਕਦਾ। ਫਿਰ ਭਗਤ ਜੋ ਕਹਿੰਦਾ ਹੈ ਉਹ ਕਰਨਾ ਪੈਂਦਾ ਹੈ। ਸੋ ਪਿਰਮ ਪਿਆਲਾ ਜਿਨ੍ਹਾਂ ਨੇ ਪੀਤਾ ਹੈ, ਪ੍ਰੇਮ ਦਾ ਪਿਆਲਾ, ਨਾਮ ਅੰਮ੍ਰਿਤ ਜਿਨ੍ਹਾਂ ਨੇ ਪੀਤਾ ਹੈ, ਵਸ ਹੋਏ, ਪਰਮਾਤਮਾ ਉਹਨਾਂ ਦੇ ਵਸ ਵਿੱਚ ਹੋ ਜਾਂਦਾ ਹੈ। ਭਗਤ ਵਸ਼ਲ ਹੋਏ ਸਿਰਜਣਹਾਰਾ, ਭਗਤ ਵਸ਼ਲ ਹੋ ਕੇ, ਭਗਤਾਂ ਦਾ ਪਿਆਰਾ ਹੋ ਕੇ, ਕਿਉਂਕਿ ਉਹ ਭਗਤੀ ਨੂੰ ਪਿਆਰ ਕਰਦਾ ਹੈ। ਸੋ ਭਗਤ ਵਸ਼ਲ ਹੋ ਕਰਕੇ ਇਸ ਸ੍ਰਿਸ਼ਟੀ ਨੂੰ ਸਾਜਣ ਵਾਲਾ ਹੈ ਪਰਮਾਤਮਾ। ਬੀਓ ਬੀਜ ਅਤ ਸੂਖਮੋ, ਤਿੱਦੂ ਹੋਏ ਵੱਡ ਬਿਰਖ ਵਿਥਾਰਾ। ਭਾਈ ਸਾਹਿਬ ਨੂੰ ਪੁੱਛੀਏ ਵੀ ਸੰਸਾਰ, ਇਹ ਸ੍ਰਿਸ਼ਟੀ, ਇਹ ਤਾਂ ਬਹੁਤ ਵੱਡੀ ਹੈ। ਭਾਈ ਸਾਹਿਬ ਜੀ ਕਹਿੰਦੇ ਹਾਂ, ਬੀਓ ਬੀਜ ਅਤ ਸੂਖਮੋ, ਬਹੁਤ ਸੂਖਮ ਬਰੀਕ ਬੀਜ ਜਦੋਂ ਕੋਈ ਧਰਤੀ ਦੇ ਵਿੱਚ ਉਹ ਬੀਜਦਾ ਹੈ, ਤਿੱਦੂ ਹੋਏ ਵੱਡ ਬਿਰਖ ਵਿਥਾਰਾ, ਤੇ ਉਸ ਬਰੀਕ ਸੂਖਸ਼ਮ ਬੀਜ ਤੋਂ ਬਹੁਤ ਵੱਡਾ ਦਰਖਤ ਦਾ ਆਕਾਰ ਬਣ ਜਾਂਦਾ ਹੈ। ਬੀਜ ਤਾਂ ਛੋਟਾ ਹੁੰਦਾ ਹੈ, ਪਰ ਰੁੱਖ ਉਹਦਾ ਆਕਾਰ ਬਹੁਤ ਵੱਡਾ ਹੁੰਦਾ ਹੈ। ਬੀਜ ਤੋਂ ਹੀ ਰੁੱਖ ਬਣਦਾ ਹੈ। ਇਸੇ ਤਰ੍ਹਾਂ ਜਿਹੜਾ ਬੀਜ ਹੈ ਨਾ, ਬੀਜ ਰੂਪ, ਉਹ ਪਰਮਾਤਮਾ ਇੱਕ ਹੈ। ਉਹਦੇ ਤੋਂ ਇਹ ਸਾਰੀ ਸ੍ਰਿਸ਼ਟੀ ਵੱਡਾ ਇਹ ਦਰਖਤ ਬਣਿਆ ਹੋਇਆ ਹੈ। ਫਲ ਵਿੱਚ ਬੀਓ ਸਮਾਏ ਕੈ, ਇੱਕ ਦੂੰ ਬੀਅਹੁ ਲੱਖ ਹਜ਼ਾਰਾ। ਫਲ ਦੇ ਵਿੱਚ ਬੀਜ ਸਮਾਇਆ ਹੋਇਆ ਹੁੰਦਾ ਹੈ। ਫਲ ਵਿੱਚ ਬੀਓ ਸਮਾਏ ਕੈ, ਫਲ ਦੇ ਵਿੱਚ ਬੀਜ ਸਮਾ ਕੇ, ਇੱਕ ਦੂੰ ਬੀਅਹੁ, ਇੱਕ ਬੀਜ ਤੋਂ ਅੱਗੇ ਲੱਖਾਂ ਹਜ਼ਾਰਾਂ ਵੱਡੇ ਆਕਾਰ ਦੇ ਦਰਖਤ ਬਣ ਜਾਂਦੇ ਹੈ। ਬੋਹੜ ਦਾ ਬੀਜ ਅਤ ਸੂਖਸ਼ਮ ਬਰੀਕ ਹੁੰਦਾ ਹੈ, ਤੇ ਉਸ ਬੀਜ ਤੋਂ ਬੋਹੜ ਬਣਦਾ ਹੈ। ਤੇ ਫਿਰ ਉਸ ਬੋਹੜ ਨੂੰ ਪਤਾ ਨਹੀਂ ਕਿੰਨੀਆਂ ਕੁ ਗੋਲਾਂ ਲੱਗਦੀਆਂ, ਉਹਨਾਂ 'ਚ ਕਿੰਨੇ ਕੁ ਬੀਜ ਹੁੰਦੇ ਆ, ਅੱਗੇ ਕਿੰਨਾ ਰੁੱਖਾਂ ਦਾ, ਵੱਡੇ ਬੋਹੜਾਂ ਦਾ ਵਿਸਥਾਰ ਹੋ ਜਾਂਦਾ। ਇਹ ਤਾਂ ਕੋਈ ਗਿਣਤੀ ਮਿਣਤੀ ਨਹੀਂ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਫਲ ਦੇ ਵਿੱਚ ਬੀਓ, ਜਿਹੜਾ ਬੀਜ ਹੈ ਉਹ ਸਮਾ ਕਰਕੇ, ਇੱਕ ਬੀਜ ਤੋਂ ਫਿਰ ਲੱਖਾਂ ਤੇ ਹਜ਼ਾਰਾਂ ਦਾ ਰੁੱਖਾਂ ਦਾ ਵਿਸਥਾਰ ਹੋ ਜਾਂਦਾ ਹੈ। ਇਸੇ ਤਰ੍ਹਾਂ ਇਸ ਸੰਸਾਰ ਦਾ ਜੋ ਆਦਿ ਹੈ, ਬੀਜ ਹੈ, ਉਹ ਵਾਹਿਗੁਰੂ ਪਰਮਾਤਮਾ ਹੈ। ਤੇ ਉਸੇ ਤੋਂ ਇਹ ਸਾਰਾ ਸੰਸਾਰ, ਸਾਰੀ ਸ੍ਰਿਸ਼ਟੀ, ਕਰੋੜਾਂ ਬ੍ਰਹਿਮੰਡ ਬਣੇ ਹੋਏ ਹੈ। ਗੁਰਮੁਖ ਸੁਖ ਫਲ ਪਿਰਮ ਰਸ, ਗੁਰ ਸਿੱਖਾਂ ਸਤਿਗੁਰੂ ਪਿਆਰਾ। ਗੁਰਮੁਖਾਂ ਨੂੰ, ਗੁਰਸਿੱਖਾਂ ਨੂੰ ਸਤਿਗੁਰੂ ਪਿਆਰਾ ਲੱਗਦਾ ਹੈ। ਸਤਿਗੁਰੂ ਜੀ ਪਰਮੇਸ਼ਰ ਬਾਰੇ ਜਣਾਉਂਦੇ ਹੈ, ਉਹਦੀ ਪ੍ਰੇਮਾ ਭਗਤੀ ਕਰਨ ਦਾ ਉਪਦੇਸ਼ ਦਿੰਦੇ ਹੈ। ਇਸ ਲਈ ਗੁਰਮੁਖਾਂ ਨੂੰ, ਗੁਰਸਿੱਖਾਂ ਨੂੰ ਸਤਿਗੁਰੂ ਪਿਆਰਾ ਲੱਗਦਾ ਹੈ। ਸੁਖ ਫਲ ਪਿਰਮ ਰਸ, ਤੇ ਗੁਰਮੁਖਾਂ ਨੇ, ਗੁਰਸਿੱਖਾਂ ਨੇ ਪ੍ਰੇਮ ਰਸ ਦਾ ਸੁਖ ਫਲ ਪ੍ਰਾਪਤ ਕੀਤਾ ਹੈ। ਪ੍ਰੇਮ ਰਸ ਜਿਹੜਾ ਨਾ, ਇਹ ਸੁਖ ਫਲ ਗੁਰਮੁਖਾਂ ਨੂੰ, ਗੁਰਸਿੱਖਾਂ ਨੂੰ ਮਿਲਿਆ ਹੈ। ਸਾਧ ਸੰਗਤ ਸੱਚਖੰਡ ਵਿੱਚ, ਸਤਿਗੁਰ ਪੁਰਖ ਵਸੈ ਨਿਰੰਕਾਰਾ।
ਸਾਧ ਸੰਗਤ ਰੂਪੀ ਸੱਚਖੰਡ ਦੇ ਵਿੱਚ ਸਤਿਗੁਰੂ ਪੁਰਖ ਆਪ ਅਤੇ ਨਿਰੰਕਾਰ ਆਪ ਵਸਦਾ ਹੈ। ਸਤਿਗੁਰ ਪੁਰਖ ਅਤੇ ਨਿਰੰਕਾਰ ਪ੍ਰਭੂ ਆਪ ਵਸਦਾ ਹੈ, ਜਾਂ ਨਿਰੰਕਾਰ ਦਾ ਸਵਰੂਪ ਸਤਿਗੁਰੂ ਪੁਰਖ ਸਾਧ ਸੰਗਤ ਵਿੱਚ ਵਸਦਾ ਹੈ। ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਗੁਰਸਿੱਖਾਂ ਦੇ ਹਿਰਦਿਆਂ ਵਿੱਚ ਸਤਿਗੁਰੂ ਵਰਤਦਾ ਹੈ। ਪਾਏ ਭਗਤ ਗੁਰਮੁਖ ਨਿਸਤਾਰਾ, ਪ੍ਰੇਮਾ ਭਗਤੀ ਕਰਦਿਆਂ ਹੋਇਆਂ ਗੁਰਮੁਖਾਂ ਦਾ ਸੰਸਾਰ ਤੋਂ ਪਾਰ ਉਤਾਰਾ ਹੋ ਜਾਂਦਾ ਹੈ। ਭਾਏ ਭਗਤ, ਬਹੁਤ ਵਾਰਾਂ ਇਹ ਸ਼ਬਦ ਭਾਈ ਗੁਰਦਾਸ ਦੀਆਂ ਵਾਰਾਂ ਵਿੱਚ, ਗੁਰਬਾਣੀ ਵਿੱਚ ਵੀ ਆਵੇਗਾ। ਭਗਤ ਸ਼ਬਦ ਹੈ ਨਾ ਜਿਹੜਾ, ਤੱਤੇ ਨੂੰ ਸਿਹਾਰੀ ਹੈ, ਉਹ ਸਿਹਾਰੀ ਫਿਰ ਅਰਥਾਂ ਦੇ ਵਿੱਚ ਬਿਹਾਰੀ ਬਣ ਜਾਂਦੀ ਹੈ ਭਗਤੀ। ਭਾਏ ਸ਼ਬਦ ਨਾਲ ਲੱਗਿਆ ਪ੍ਰੇਮਾ ਭਗਤੀ। ਜੇ ਭਗਤੀ ਕਰਨੀ ਹੈ, ਨਾਮ ਜਪਣਾ ਹੈ, ਮਹਾਰਾਜ ਕਹਿੰਦੇ ਪ੍ਰੇਮ ਦੇ ਨਾਲ। ਸੋ ਜਿਹੜੇ ਪ੍ਰੇਮਾ ਭਗਤੀ ਕਰਦੇ ਹੈ ਗੁਰਮੁਖ ਪਿਆਰੇ, ਉਹ ਸੰਸਾਰ ਤੋਂ ਤਰ ਜਾਂਦੇ ਹੈ। ਹੁਣ 6ਵੀਂ ਵਾਰ ਦੀ ਅਗਲੀ 5ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ, ਜੋ ਅਸੀਂ ਜਪਜੀ ਸਾਹਿਬ ਜੀ ਦਾ ਸ਼ਲੋਕ ਪੜ੍ਹਦੇ ਹਾਂ ਨਾ, ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ। ਇਹਨੇ ਸ਼ਲੋਕ ਦਾ ਸਾਨੂੰ ਭਾਵ ਦੱਸਦੇ ਹੈ, ਅਤੇ ਨਾਲ ਹੀ ਗੁਰਮੁਖ ਜਿਹੜੇ ਨੇ ਉਹ ਗੁਣਾਂ ਨੂੰ ਧਾਰਨ ਕਰਕੇ ਅਤੇ ਸੁਖ ਫਲ ਨੂੰ ਪ੍ਰਾਪਤ ਕਰਦੇ ਹੈ, ਇਸ ਦਾ ਜ਼ਿਕਰ ਕਰ ਰਹੇ ਨੇ। ਪੌਣ ਗੁਰੂ ਗੁਰ ਸ਼ਬਦ ਹੈ, ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਨੇ, ਇਹ ਗੁਰਸਿੱਖੋ, ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਜਿਹੜਾ ਵਾਹਿਗੁਰੂ ਸ਼ਬਦ ਹੈ ਨਾ, ਇਹ ਗੁਰੂ ਜੀ ਨੇ ਸਾਨੂੰ ਸਾਰਿਆਂ ਨੂੰ ਸੁਣਾਇਆ ਹੈ। ਅਤੇ ਇਹ ਗੁਰ ਸ਼ਬਦ ਪੌਣ ਕਰਕੇ, ਸਵਾਸ ਕਰਕੇ ਬੋਲਿਆ ਜਾਂਦਾ ਹੈ। ਇਸ ਕਰਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪੌਣ ਨੂੰ ਗੁਰੂ ਪਦਵੀ ਦਿੱਤੀ ਹੈ। ਜਪਜੀ ਸਾਹਿਬ ਦੇ ਸ਼ਲੋਕ ਵਿੱਚ ਅਸੀਂ ਪੜ੍ਹਦੇ ਹਾਂ ਪਵਨ ਗੁਰੂ। ਪਵਨ ਗੁਰੂ ਹੈ, ਪਾਣੀ ਪਿਤਾ, ਜਿਹੜਾ ਪਾਣੀ ਹੈ ਇਹ ਪਿਤਾ ਹੈ। ਮਾਤਾ ਧਰਤ ਮਹੱਤ, ਅਤੇ ਧਰਤੀ ਜਿਹੜੀ ਇਹ ਮਾਂ ਹੈ। ਮਹੱਤ ਵੱਡੀ, ਜਾਂ ਇਹਨੂੰ ਵਡਿਆਈ ਮਿਲਦੀ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਹੜਾ ਵਾਹਿਗੁਰੂ ਸ਼ਬਦ ਹੈ ਇਹ ਸਾਨੂੰ ਗੁਰੂ ਨੇ ਸੁਣਾਇਆ ਹੈ, ਅਤੇ ਇਹ ਸ਼ਬਦ ਪੌਣ ਕਰਕੇ ਬੋਲਿਆ ਜਾਂਦਾ ਹੈ। ਜੇ ਪੌਣ ਸਵਾਸ ਹੀ ਨਾ ਹੋਵੇ, ਸ਼ਬਦ ਕਿੱਥੋਂ ਬੋਲਿਆ ਜਾਣਾ। ਇਸ ਲਈ ਪੌਣ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗੁਰੂ ਪਦਵੀ ਦਿੱਤੀ ਹੈ। ਪਾਣੀ ਪਿਤਾ ਪਵਿੱਤਰ ਕਰ, ਗੁਰਮੁਖ ਪੰਥ ਨਿਵਾਣ ਚਲਾਇਆ। ਪਾਣੀ ਜਿਹੜਾ ਹੈ ਇਹਨੂੰ ਪਿਤਾ ਕਿਹਾ ਹੈ, ਪਿਤਾ ਦੀ ਪਦਵੀ ਦਿੱਤੀ ਹੈ ਪਾਣੀ। ਪਾਣੀ ਪਿਤਾ ਪਵਿੱਤਰ ਕਰ। ਪਾਣੀ ਕੀ ਕਰਦਾ? ਸਾਰਿਆਂ ਨੂੰ ਪਵਿੱਤਰ ਕਰਦਾ ਹੈ। ਪਾਣੀ ਦੇ ਨਾਲ ਵੇਖੋ ਅਸੀਂ ਕੱਪੜੇ ਧੋਂਦੇ ਹਾਂ, ਉਹਨਾਂ ਦੀ ਮੈਲ, ਸਾਡੇ ਤਨ ਦੀ ਮੈਲ ਜਿਹੜੀ ਅਸੀਂ ਇਸ਼ਨਾਨ ਕਰਕੇ ਰੋਜ਼ ਆਉਂਦੇ ਹਾਂ, ਪਾਣੀ ਨਾਲ ਹੀ ਕਰਦੇ ਹਾਂ ਨਾ। ਕੋਈ ਡੀਜ਼ਲ ਪੈਟਰੋਲ ਦੇ ਨਾਲ ਤਾਂ ਨਹਾਉਂਦਾ ਨਹੀਂ। ਪਾਣੀ ਹੈ ਜਿਹੜਾ ਸਾਡੇ ਤਨ ਨੂੰ ਪਵਿੱਤਰ ਕਰਦਾ ਹੈ। ਸੋ ਪਾਣੀ ਨੂੰ ਪਿਤਾ ਕਿਹਾ ਹੈ, ਪਿਤਾ ਦਾ ਦਰਜਾ ਦਿੱਤਾ ਹੈ। ਤਨ ਦੀ ਮੈਲ ਲਾਉਂਦਾ, ਪਵਿੱਤਰ ਕਰਦਾ ਹੈ। ਅਤੇ ਦੂਜਾ ਇਹ ਜਿਹੜਾ ਨਾ ਪਾਣੀ ਨਿਵਾਣ ਨੂੰ ਚੱਲਦਾ ਹੈ, ਨੀਵੇਂ ਪਾਸੇ ਵਹਿੰਦਾ ਹੈ। ਗੁਰਮੁਖ ਪੰਥ ਨਿਵਾਣ ਚਲਾਇਆ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਵੇਂ ਪਾਣੀ ਆਪਣੇ ਆਪ ਨੂੰ ਨਿਵਾਣ ਨੂੰ ਲੈ ਕੇ ਜਾਂਦਾ ਹੈ, ਇਸੇ ਤਰ੍ਹਾਂ ਹੀ ਗੁਰਮੁਖ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਗੁਰਸਿੱਖੀ ਦਾ ਜਿਹੜਾ ਪੰਥ ਤੋਰਿਆ ਹੈ, ਅਤੇ
ਇਹਦੇ ਵਿੱਚ ਨਿਮਰਤਾ ਦਾ ਵੱਡਾ ਗੁਣ ਹੈ। ਜਿਵੇਂ ਪਾਣੀ ਨਿਵਾਣ ਨੂੰ ਚੱਲਦਾ ਹੈ, ਗੁਰਸਿੱਖੀ ਦੇ ਵਿੱਚ ਨਿਮਰਤਾ ਹੈ। ਨਿਮਰਤਾ ਨੂੰ ਧਾਰਨ ਵਾਲਾ ਹੀ ਗੁਰਸਿੱਖ ਹੈ। ਸੋ ਇਸ ਲਈ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਹੈ, ਪਵਿੱਤਰ ਕਰਦਾ ਹੈ, ਨੀਵੇਂ ਪਾਸੇ ਚੱਲਦਾ ਹੈ। ਗੁਰੂ ਸਾਹਿਬ ਜੀ ਨੇ ਇਹ ਗੁਰਮੁਖ ਪੰਥ ਨਿਮਰਤਾ ਦਾ ਧਾਰਨੀ ਇਹ ਸਤਿਗੁਰੂ ਨੇ ਚਲਾਇਆ ਹੈ, ਤਾਂ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਹੈ। ਧਰਤੀ ਮਾਤ ਮਹਤ ਕਰ, ਓਤ ਪੋਤ ਸੰਜੋਗ ਬਣਾਇਆ। ਧਰਤੀ ਜਿਹੜੀ ਹੈ, ਇਸ ਨੂੰ ਮਾਂ ਦਾ ਦਰਜਾ ਦਿੱਤਾ, ਮਾਂ ਦੀ ਪਦਵੀ ਦਿੱਤੀ ਹੈ। ਧਰਤੀ ਨੂੰ ਸਾਰੇ ਮਾਂ ਕਹਿੰਦੇ ਹੈ। ਜਿਵੇਂ ਅਸੀਂ ਮਾਂ ਦੀ ਕੁੱਖ ਤੋਂ ਜਨਮ ਲੈਂਦੇ ਹਾਂ, ਮਾਂ ਦੀ ਗੋਦ ਵਿੱਚ ਖੇਡਦੇ ਹਾਂ, ਮਾਂ ਸਾਨੂੰ ਦੁੱਧ ਪਿਲਾਉਂਦੀ ਰਹੀ ਹੈ, ਔਰ ਫਿਰ ਮਾਂ ਦੀ ਗੋਦੀ ਵਿੱਚ ਅਸੀਂ ਮਲ ਮੂਤਰ ਵੀ ਕਰਦੇ ਰਹੇ ਹਾਂ। ਕਿੰਨਾ ਜਿਗਰਾ ਹੈ ਮਾਂ ਦਾ। ਬੱਚਾ ਮਾਂ ਦੀ ਗੋਦ ਵਿੱਚ ਬਹਿ ਕੇ ਮਾਂ ਦੇ ਸਿਰ ਦੇ ਵਾਲਾਂ ਨੂੰ ਵੀ ਪੁੱਟ ਦਿੰਦਾ ਹੈ, ਮਾਂ ਫਿਰ ਵੀ ਗੁੱਸਾ ਨਹੀਂ ਕਰਦੀ। ਮੇਰਾ ਲਾਲ, ਮੇਰਾ ਰਾਜਾ ਪੁੱਤ, ਇੱਦਾਂ ਕਹਿ ਕਹਿ ਕੇ ਪੁਕਾਰਦੀ ਹੈ। ਤਾਂ ਮਾਂ ਦੇ ਕਿੰਨੇ ਪਰਉਪਕਾਰ ਨੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਧਰਤੀ ਮਾਤ ਮਹਤ ਕਰ। ਇਹ ਜਿਹੜੀ ਧਰਤੀ ਹੈ ਨਾ, ਇਹਨੂੰ ਵਡਿਆਈ ਦੇ ਕੇ ਇਹਨੂੰ ਮਾਤਾ ਦਾ ਦਰਜਾ ਦਿੱਤਾ ਹੋਇਆ ਹੈ। ਓਤ ਪੋਤ ਸੰਜੋਗ ਬਣਾਇਆ, ਅਤੇ ਤਾਣੇ ਪੇਟੇ ਵਾਂਗ ਮਾਤਾ ਸ਼ਬਦ ਦਾ ਸੰਜੋਗ ਇਸ ਧਰਤੀ ਦੇ ਨਾਲ ਬਣਾਇਆ ਹੈ। ਧਰਤੀ ਦੇ ਵਿੱਚ ਸਹਿਣਸ਼ੀਲਤਾ ਹੈ, ਜਿਵੇਂ ਮਾਂ ਵਿੱਚ ਸਹਿਣਸ਼ੀਲਤਾ ਹੁੰਦੀ ਹੈ। ਇਸ ਕਰਕੇ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਹੈ। ਧਰਤੀ ਮਾਂ ਹੀ ਸਾਨੂੰ ਖਾਣ ਨੂੰ ਦਿੰਦੀ ਹੈ। ਧਰਤੀ ਵਿੱਚੋਂ ਹੀ ਅੰਨ ਪੈਦਾ ਹੁੰਦਾ ਹੈ, ਅਸੀਂ ਖਾਂਦੇ ਹਾਂ, ਪੇਟ ਦੀ ਭੁੱਖ ਦੂਰ ਹੁੰਦੀ ਹੈ। ਵੇਖੋ, ਜਿਵੇਂ ਪ੍ਰਤੱਖ ਮਾਂ ਸਾਨੂੰ ਦੁੱਧ ਪਿਆਉਂਦੀ ਰਹੀ ਹੈ। ਸਮੇਂ ਦੇ ਨਾਲ ਨਾ ਲੋਕ ਕੁਦਰਤ ਦੀਆਂ ਇਹਨਾਂ ਦਾਤਾਂ ਨੂੰ ਸਮਝਦੇ ਨਹੀਂ। ਤਿਫਲ में बू आए क्या माँ बाप के किरदार की, दूध तो डब्बे का है तालीम है सरकार की। ਬੱਚੇ ਦੇ ਵਿੱਚੋਂ ਸੰਸਕਾਰ ਕਿੱਥੋਂ ਆਉਣੇ ਸੀ? ਮਾਂ ਦੇ ਦੁੱਧ ਤਾਂ ਮਾਂ ਦਾ ਅੱਜ ਕੱਲ੍ਹ ਕਈ ਬੱਚਿਆਂ ਨੂੰ ਮਿਲਦਾ ਨਹੀਂ। ਔਰ ਇਹ ਸਾਨੂੰ ਕਹਿਣ ਦੇ ਵਿੱਚ ਬਿਲਕੁਲ ਗੁਰੇਜ਼ ਨਹੀਂ ਕਰਨਾ ਚਾਹੀਦਾ। ਖਾਸ ਕਰਕੇ ਇਸਤਰੀਆਂ ਦੇ ਵਿੱਚ ਛਾਤੀ ਦਾ ਕੈਂਸਰ ਅੱਜ ਕੱਲ੍ਹ ਬਹੁਤ ਹੁੰਦਾ ਹੈ। ਜੋ ਕੁਦਰਤ ਨੇ, ਜੋ ਪਰਮੇਸ਼ਰ ਨੇ ਦਾਤਾਂ ਦਿੱਤੀਆਂ ਨੇ, ਜਦੋਂ ਅਸੀਂ ਉਹਨਾਂ ਤੋਂ ਮੁਨਕਰ ਹੋ ਜਾਂਦੇ ਹਾਂ, ਆਪਣੀ ਸਿਆਣਪ ਵਰਤਣ ਲੱਗ ਪੈਂਦੇ ਹਾਂ। ਬੱਚਿਆਂ ਨੂੰ ਹੋਰ ਭਾਵੇਂ ਮੱਝ ਦਾ, ਗਾਂ ਦਾ ਜਿੰਨਾ ਮਰਜ਼ੀ ਦੁੱਧ ਪਿਆਈ ਜਾਓ, ਪਰ ਜੋ ਮਾਂ ਦੇ ਦੁੱਧ ਦੇ ਵਿੱਚੋਂ ਉਹਨੂੰ ਮਿਲਣਾ ਹੈ, ਉਹ ਹੋਰਾਂ ਦੇ ਵਿੱਚੋਂ ਪ੍ਰਾਪਤ ਨਹੀਂ ਹੋ ਸਕਦਾ। ਫਿਰ ਇਸ ਦੁੱਧ ਨੂੰ ਨਾ ਇਹ ਠੰਡਾ ਹੁੰਦਾ ਹੈ, ਨਾ ਤੱਤਾ ਹੁੰਦਾ ਹੈ। ਜੋ ਕੁਦਰਤ ਨੇ ਸਾਨੂੰ ਦਿੱਤਾ ਹੈ, ਉਹ ਮਿਲਦਾ ਹੈ। ਬੱਚੇ ਨੂੰ ਬਹੁਤ ਐਨਰਜੀ ਮਿਲਦੀ ਹੈ। ਸੋ ਇਹ ਪਰਮਾਤਮਾ ਦੀਆਂ ਦਾਤਾਂ ਬੰਦਾ ਸਮਝਿਆ ਨਹੀਂ। ਸਮਾਂ ਇੱਕ ਐਸਾ ਆਇਆ, ਤਾਲੀਮ ਦਿੱਤੀ ਗਈ, ਮਾਂ ਦੇ ਦੁੱਧ ਦੀ ਲੋੜ ਨਹੀਂ ਜੀ। ਅੱਜ ਕੱਲ੍ਹ ਦੁਨੀਆ ਬਹੁਤ ਅੱਗੇ ਪਹੁੰਚ ਚੁੱਕੀ ਹੈ। ਕੰਪਨੀਆਂ ਨੇ ਆਪਣੇ ਕੰਮ ਚਲਾਏ, ਆਹ ਦੁੱਧ ਆ ਗਏ ਨੇ, ਇਹ ਤੁਸੀਂ ਪਿਲਾਓ। ਅੱਧੀ ਦੁਨੀਆ ਦੇ ਬੱਚੇ ਜਦੋਂ ਬਿਮਾਰ ਹੋ ਗਏ, ਫਿਰ ਕਹਿੰਦੇ ਨਹੀਂ ਜੀ, ਮਾਂ ਦਾ ਦੁੱਧ ਹੀ ਠੀਕ ਹੈ। ਸੋ ਮਾਂ ਸਾਨੂੰ ਖੁਰਾਕ ਦਿੰਦੀ ਰਹੀ। ਮਾਂ ਨੇ ਜਨਮ ਦਿੱਤਾ, ਛਾਤੀ ਦਾ ਦੁੱਧ ਚੁੰਘਾਇਆ, ਫਿਰ ਮਾਂ ਦੀ ਗੋਦ ਵਿੱਚ ਅਸੀਂ ਨਿੱਘ ਮਾਣਿਆ। ਮਲ ਮੂਤਰ ਕਰ ਦਿੱਤਾ ਤਾਂ ਵੀ ਮਾਂ ਨੇ ਸਫਾਈ ਕੀਤੀ।
ਮੱਥੇ ਵੱਟ ਨਹੀਂ ਪਾਇਆ। ਕਿੰਨੇ ਪਰਉਪਕਾਰ ਮਾਂ ਦੇ ਨੇ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਧਰਤੀ ਨੂੰ ਮਾਂ ਦਾ ਦਰਜਾ ਕਿਉਂ ਦਿੱਤਾ? ਇੱਥੇ ਅੰਨ ਪੈਦਾ ਹੁੰਦਾ ਹੈ, ਸਾਡੀ ਖੁਰਾਕ ਮਿਲਦੀ ਹੈ ਧਰਤੀ ਮਾਂ ਤੋਂ। ਫਿਰ ਮਲ ਮੂਤਰ ਦਾ ਤਿਆਗ ਵੀ ਅਸੀਂ ਇਸੇ ਧਰਤੀ 'ਤੇ ਕਰਦੇ ਹਾਂ। ਉਹ ਸਫਾਈ ਕਰ ਦਿੰਦੀ ਹੈ ਸਮਾਂ ਪਾ ਕੇ। ਇਸ ਲਈ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਹੈ। ਸੋ ਧਰਤੀ ਮਾਤ ਮਹੱਤ ਘਰ, ਮਹੱਤ ਦਾ ਅਰਥ ਹੁੰਦਾ ਵੱਡਾ, ਇਹਨੂੰ ਵਡਿਆਇਆ ਗਿਆ ਹੈ, ਮਾਂ ਦੀ ਪਦਵੀ ਦਿੱਤੀ ਹੈ। ਓਤ ਪੋਤ ਸੰਜੋਗ ਬਣਾਇਆ, ਤੇ ਤਾਣੇ ਪੇਟੇ ਵਾਂਗ ਇਹ ਸੰਜੋਗ ਬਣਾਇਆ ਸੰਸਾਰ ਦਾ। ਜਾਂ ਜਿਹੜਾ ਮਾਤਾ ਸ਼ਬਦ ਦਾ ਸੰਜੋਗ, ਇਹ ਓਤ ਪੋਤ ਧਰਤੀ ਨਾਲ ਬਣਾਇਆ ਹੋਇਆ ਹੈ। ਦਾਈ ਦਾਇਆ ਰਾਤ ਦੇਹੋ, ਬਾਲ ਸੁਭਾਏ ਜਗਤਰ ਖਿਲਾਇਆ। ਰਾਤ ਤੇ ਦਿਨ ਇਹ ਦਾਈ ਦਾਇਆ ਹਨ। ਜਪਜੀ ਸਾਹਿਬ ਦਾ ਸ਼ਲੋਕ, ਦਿਵਸ ਰਾਤ ਦੋਏ ਦਾਈ ਦਾਇਆ। ਦਿਵਸ ਰਾਤ, ਦਿਵਸ ਦਿਨ, ਰਾਤ ਦੋਏ, ਇਹ ਜਿਹੜੇ ਦੋਵੇਂ ਨੇ, ਦਿਨ ਤੇ ਰਾਤ, ਇੱਕ ਦਿਨ ਇੱਕ ਰਾਤ, ਦੋ ਹੋ ਗਏ ਨਾ। ਦਾਈ ਦਾਇਆ, ਦਾਈ ਕੀ ਹੈ? ਰਾਤ। ਤੇ ਦਾਇਆ, ਦਾਇਆ ਕਹਿੰਦੇ ਖਿਡਾਵੇ ਨੂੰ, ਜਿਹੜਾ ਖਿਡਾਉਣ ਵਾਲਾ। ਰਾਜਿਆਂ ਮਹਾਰਾਜਿਆਂ ਦੇ ਪੁੱਤਰਾਂ ਨੇ ਨਾ ਖਿਡਾਵਾ ਰੱਖਿਆ ਹੁੰਦਾ ਸੀ। ਉਹ ਬੱਚੇ ਨੂੰ ਬਾਗਾਂ ਦੀ ਸੈਰ ਕਰਾਉਣ ਲੈ ਕੇ ਜਾਂਦਾ ਸੀ। ਉਹਨੇ ਬੱਚੇ ਨੂੰ ਖਿਡਾਉਣਾ, ਸੈਰ ਕਰਾਉਣੀ, ਤੇ ਫਿਰ ਘਰੇ ਲੈ ਆਉਣਾ। ਫਿਰ ਦਾਈ ਨੇ ਲੋਰੀਆਂ ਦੇ ਕੇ ਸਮਾਉਣਾ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਦਾਈ ਦਾਇਆ ਰਾਤ ਦੇਹੋ। ਰਾਤ ਦੇ ਦਿਨ ਇਹ ਦਾਈ ਤੇ ਦਾਇਆ ਖਿਡਾਵਾ ਹਨ। ਦਿਨ ਜਿਹੜਾ ਇਹ ਦਾਇਆ ਖਿਡਾਉਂਦਾ ਰਹਿੰਦਾ ਹੈ, ਬੰਦਾ ਕੰਮਾਂ ਕਾਰਾਂ ਧੰਦਿਆਂ ਦੇ ਵਿੱਚ ਭੱਜਾ ਫਿਰਦਾ ਰਹਿੰਦਾ ਹੈ। ਰਾਤ ਦਾਈ ਹੈ, ਰਾਤ ਪੈਂਦੀ ਹੈ, ਸੁੱਖ ਦੇ ਨਾਲ ਬੰਦਾ ਸੌਂ ਜਾਂਦਾ ਹੈ। ਇਹ ਦਾਈ ਹੈ ਰਾਤ ਜਿਹੜੀ ਹੈ। ਬਾਲ ਸੁਭਾਏ ਜਗਤਰ ਖਿਲਾਇਆ। ਇਹ ਜਿਹੜਾ ਸਾਰਾ ਜਗਤ ਹੈ ਨਾ, ਇਹਦਾ ਬਾਲਕਾਂ ਵਾਲਾ ਸੁਭਾਅ ਹੈ, ਤੇ ਪਰਮਾਤਮਾ ਇਸ ਸਾਰੇ ਜਗਤ ਨੂੰ ਖਿਡਾ ਰਿਹਾ ਹੈ। ਗੁਰਮੁਖ ਜਨਮ ਸਕਾਰ ਥਾ, ਸਾਧ ਸੰਗਤ ਵਸ ਆਪ ਗਵਾਇਆ। ਭਾਈ ਸਾਹਿਬ ਨੂੰ ਪੁੱਛੀਏ, ਭਾਈ ਗੁਰਦਾਸ ਜੀ, ਇੱਥੇ ਸੰਸਾਰ ਦੇ ਵਿੱਚ ਕਿਸ ਬੰਦੇ ਦਾ ਜੀਵਨ ਸਫਲ ਹੈ? ਤਾਂ ਭਾਈ ਸਾਹਿਬ ਜੀ ਫਰਮਾਉਂਦੇ, ਜਿਹੜਾ ਗੁਰਮੁਖ ਹੈ, ਗੁਰੂ ਦੇ ਮੁਖ ਤੋਂ ਕਹੇ ਹੋਏ ਬਚਨਾਂ ਦੀ ਕਮਾਈ ਕਰਨ ਵਾਲਾ ਗੁਰਮੁਖ, ਉਹਦਾ ਜਨਮ ਸਫਲ ਹੈ। ਕਿਉਂ? ਸਾਧ ਸੰਗਤ ਵਸ ਆਪ ਗਵਾਇਆ। ਗੁਰਮੁਖ ਨੇ ਸਾਧ ਸੰਗਤ ਦੇ ਵਿੱਚ ਵਸ ਕੇ ਆਪਾ ਭਾਵ ਗਵਾ ਲਿਆ ਹੈ। ਆਪ ਦਾ ਅਰਥ ਇੱਥੇ ਹੈ ਹਉਮੈ, ਮੈਂ ਮੇਰੀ। ਗੁਰਮੁਖ ਨੇ ਹਉਮੈ ਨੂੰ, ਮੈਂ ਮੇਰੀ ਨੂੰ, ਆਪਾ ਭਾਵ ਨੂੰ ਗਵਾ ਲਿਆ ਸਾਧ ਸੰਗਤ ਦੇ ਵਿੱਚ। ਜੰਮਣ ਮਰਨ ਹਉ ਬਾਹਰੇ, ਜੀਵਨ ਮੁਕਤ ਜੁਗਤ ਵਰਤਾਇਆ। ਜਿਹੜੇ ਗੁਰਮੁਖ ਨੇ, ਗੁਰਮੁਖ ਜਨਮ ਤੇ ਮਰਨ ਤੋਂ ਬਾਹਰੇ ਨੇ, ਨਾ ਜੰਮਦੇ ਆ ਨਾ ਮਰਦੇ ਹੈ। ਉਹਨਾਂ ਦੀ ਜੋਤ ਪ੍ਰਭੂ ਦੇ ਵਿੱਚ ਅਭੇਦ ਹੋ ਜਾਂਦੀ ਹੈ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ। ਜਿਵੇਂ ਕਿਰਨ ਸੂਰਜ ਦੇ ਵਿੱਚ ਮਿਲ ਕੇ ਸੂਰਜ ਦਾ ਰੂਪ ਹੈ, ਇਸੇ ਤਰ੍ਹਾਂ ਗੁਰਮੁਖਾਂ ਦੀ ਜੋਤ ਪ੍ਰਭੂ ਦੇ ਵਿੱਚ ਮਿਲਦੀ ਹੈ। ਜੰਮਣ ਮਰਨ ਤੋਂ ਰਹਿਤ ਹੋ ਕਰਕੇ ਜੀਵਨ ਮੁਕਤੀ ਦੀ ਜੁਗਤ ਵਿੱਚ ਵਰਤਦੇ ਹੈ। ਜੀਵਨ ਮੁਕਤੀ ਦੀ ਜਿਹੜੀ ਜੁਗਤ ਹੈ ਨਾ, ਜੋ ਗੁਰੂ ਸਾਹਿਬ ਨੇ ਰਾਹ ਦਰਸਾਇਆ, ਉਸ ਤਰ੍ਹਾਂ ਚੱਲਦੇ ਹੈ। ਉਹਨਾਂ ਦਾ ਵਰਤਣ ਵਿਹਾਰ ਗੁਰੂ ਮਰਿਆਦਾ ਦੇ ਅਨੁਸਾਰ ਹੁੰਦਾ ਹੈ। ਗੁਰਮਤਿ ਮਾਤਾ ਮਤ ਹੈ, ਪਿਤਾ ਸੰਤੋਖ ਮੋਖ ਪਦ ਪਾਇਆ। ਹੁਣ ਅੱਗੇ ਭਾਈ ਗੁਰਦਾਸ ਸਾਹਿਬ ਜੀ ਸਾਨੂੰ ਦੱਸਦੇ ਹੈ, ਗੁਰਮਤਿ ਮਾਤਾ ਮਤ ਹੈ। ਉੱਤੇ ਤੇ ਕਿਹਾ ਧਰਤੀ ਨੂੰ ਮਾਂ ਦਾ ਦਰਜਾ, ਮਾਂ ਦੀ ਪਦਵੀ ਦਿੱਤੀ ਹੈ।
ਹੋਰ ਮਾਂ ਕਿਹੜੀ ਹੈ? ਗੁਰੂ ਦੀ ਜਿਹੜੀ ਮੱਤ ਹੈ, ਮੱਤ ਕਹਿੰਦੇ ਨੇ ਸਿੱਖਿਆ ਨੂੰ, ਗੁਰੂ ਦੀ ਸਿੱਖਿਆ ਬੁੱਧੀ ਦੇ ਵਿੱਚ ਜਿਹੜੀ ਧਾਰਨ ਕਰਨੀ ਹੈ, ਇਹ ਮਾਤਾ ਹੈ। ਗੁਰਬਾਣੀ ਦਾ ਬਚਨ ਤੁਸੀਂ ਸਾਰੇ ਪੜ੍ਹਦੇ ਹੋ, ਮਾਤਾ ਮੱਤ ਪਿਤਾ ਸੰਤੋਖ, ਸਤ ਭਾਈ ਕਰਿਓ ਵਿਸੇਖ। ਸੋ ਗੁਰੂ ਦੀ ਸਿੱਖਿਆ ਬੁੱਧੀ ਵਿੱਚ ਧਾਰਨ ਕਰਨੀ, ਇਹ ਮਾਤਾ ਹੈ। ਪਿਤਾ ਸੰਤੋਖ ਮੋਖ ਪਦ ਪਾਇਆ। ਪਿਤਾ ਕੀ ਹੈ? ਸੰਤੋਖ, ਸੰਤੋਖੀ ਹੋਣਾ। ਜੋ ਰੱਬ ਨੇ ਦਿੱਤਾ ਹੈ ਸ਼ੁਕਰਾਨਾ ਉਹਦਾ, ਜੋ ਦਾਤਾਂ ਦਿੱਤੀਆਂ ਨੇ ਉਹਦੇ ਵਿੱਚ ਸਬਰ ਕਰਨਾ, ਸੰਤੋਖ ਦਾ ਗੁਣ। ਨਹੀਂ ਤੇ ਬੰਦਾ ਤੇ ਕਦੀ ਰੱਜਦਾ ਹੀ ਨਹੀਂ ਹੈ। ਦੁਨੀਆ ਦੀ ਦੌਲਤ ਸਾਰੇ ਪਦਾਰਥ ਮਿਲ ਜਾਣ, ਜੇ ਸੰਤੋਖ ਦਾ ਗੁਣ ਹਿਰਦੇ ਵਿੱਚ ਨਹੀਂ, ਇਹ ਭੁੱਖਾ ਹੀ ਰਹੇਗਾ। ਤਾਂ ਹੀ ਸਾਹਿਬ ਜੀ ਵਾਰ-ਵਾਰ ਬਾਣੀ ਵਿੱਚ ਬਚਨ ਕਰਦੇ ਹੈ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕਿ ਕੋਈ ਵਿਰਲਾ ਬੰਦਾ ਹੈ ਜਿਹਦੀ ਮਾਇਕ ਤ੍ਰਿਸ਼ਨਾ ਪਦਾਰਥਾਂ ਨੂੰ ਪ੍ਰਾਪਤ ਕਰਨ ਦੀ ਅੰਦਰ ਜਿਹੜੀ ਮੰਗ ਉਹ ਮੁੱਕੀ ਹੋਵੇ। ਬੰਦਾ ਤ੍ਰਿਸ਼ਨਾਲੂ ਹੈ। ਸੋ ਸੰਤੋਖ ਪਿਤਾ ਹੈ। ਗੁਰੂ ਦੀ ਸਿੱਖਿਆ ਇਸ ਮਾਤਾ ਤੇ ਸੰਤੋਖ ਰੂਪੀ ਪਿਤਾ ਕਰਕੇ ਗੁਰਮੁਖਾਂ ਨੇ ਮੋਖ ਪਦਵੀ ਨੂੰ ਪਾਇਆ ਹੈ। ਉਹ ਮੁਕਤ ਹੋ ਜਾਂਦੇ, ਬੰਧਨਾਂ 'ਚ ਨਹੀਂ ਪੈਂਦੇ। ਧੀਰਜ ਧਰਮ ਪਿਰਾਵ ਦੋਏ। ਧੀਰਜ ਤੇ ਧਰਮ ਇਹ ਦੋਵੇਂ ਭਰਾ ਹਨ। ਧੀਰਜ ਹੋਣਾ, ਹੌਸਲਾ ਰੱਖਣਾ, ਕੋਈ ਬਿਪਤਾ ਆ ਜਾਵੇ ਤਾਂ ਵੀ ਨਾ ਡੋਲਣਾ, ਮਾਲਕ ਤੇ ਟੇਕ ਰੱਖਣੀ। ਧੀਰਜ ਤੇ ਦੂਜਾ ਧਰਮ, ਇਹ ਦੋਵੇਂ ਭਰਾ ਨੇ। ਜਪ ਤਪ ਜਤ ਸਤ ਪੁੱਤ ਜਣਾਇਆ। ਜਪ, ਗੁਰੂ ਸ਼ਬਦ ਦਾ ਜਪ ਕਰਨਾ, ਤਪ ਕਰਨਾ, ਗੁਰ ਸੇਵਾ ਤਪਾਂ ਸਿਰ ਤਪ ਸਾਰ। ਗੁਰੂ ਦੀ ਸੇਵਾ ਕਰਨੀ, ਸੰਗਤ ਦੀ ਸੇਵਾ, ਇਹ ਕੀ ਹੈ? ਤਪ। ਪਹਿਲਾਂ ਲੋਕੀ ਤਪ ਪਤਾ ਕਿਵੇਂ ਕਰਦੇ ਸੀ? ਉਹ ਰੁੱਖਾਂ ਨਾਲ ਪੁੱਠੇ ਲਮਕ ਜਾਣਾ, ਤਪ ਕਰ ਰਹੇ ਹੈ। ਕਿਸੇ ਨੇ ਪ੍ਰਣ ਕੀਤਾ, ਮੈਂ ਦੋਵੇਂ ਬਾਹਾਂ ਹੀ ਹੇਠਾਂ ਨਹੀਂ ਕਰਨੀਆਂ, ਉਹ ਉੱਚੀਆਂ ਬਾਹਾਂ ਹੀ ਰੱਖਦਾ ਹੈ। ਤੋ ਇਹਨੂੰ ਤਪ ਕਹਿੰਦੇ ਸੀ। ਗੁਰਮਤਿ ਦਾ ਸਿਧਾਂਤ ਜੋ ਹੈ ਸਤਿਗੁਰੂ ਨੇ ਸਾਨੂੰ ਦੱਸਿਆ, ਗੁਰੂ ਸ਼ਬਦ ਦਾ ਅਭਿਆਸ ਇਹ ਜਪ ਹੈ, ਬਾਣੀ ਪੜ੍ਹਨੀ, ਤੇ ਗੁਰੂ ਦੀ ਸੇਵਾ ਇਹ ਤਪ ਹੈ। ਜਤ ਸਤ, ਪੁਰਸ਼ ਨੇ ਜਤ ਦੇ ਵਿੱਚ ਪਰਪੱਕ ਰਹਿਣਾ ਤੇ ਇਸਤਰੀ ਨੇ ਸਤ ਪ੍ਰਤੱਗੀ, ਆਪਣਾ ਸਤ ਰੱਖਣਾ, ਭਾਵ ਜੀਵਨ ਉੱਚਾ ਸੁੱਚਾ ਰੱਖਣਾ। ਇਹ ਜਿਹੜੇ ਨੇ ਭਾਈ ਗੁਰਦਾਸ ਜੀ ਕਹਿੰਦੇ, ਇਹ ਪੁੱਤ ਜਨਮੇ ਨੇ ਗੁਰਸਿੱਖਾਂ ਗੁਰਮੁਖਾਂ ਦੇ ਘਰ। ਧੀਰਜ ਤੇ ਧਰਮ ਇਹ ਦੋ ਭਰਾ ਹਨ। ਜਪ ਤਪ ਜਤ ਸਤ, ਇਹ ਪੁੱਤਰਾਂ ਦਾ ਜਨਮ ਹੋਇਆ ਹੈ। ਭਾਵ ਇਹ ਜਿਹੜੇ ਸਾਰੇ ਨੇ ਨਾ ਗੁਣ, ਇਹ ਗੁਰਸਿੱਖਾਂ ਦੇ ਹਿਰਦੇ ਦੇ ਵਿੱਚ ਨੇ, ਜਿਸ ਕਰਕੇ ਉਹ ਮੁਕਤ ਹੋ ਜਾਂਦੇ ਹੈ। ਗੁਰ ਚੇਲਾ ਚੇਲਾ ਗੁਰੂ, ਪੁਰਖਹੁ ਪੁਰਖ ਚਲਤ ਵਰਤਾਇਆ। ਗੁਰ ਚੇਲਾ ਚੇਲਾ ਗੁਰੂ। ਗੁਰੂ ਪਹਿਲਾਂ ਆਪ ਚੇਲਾ ਰਿਹਾ ਹੈ, ਸਿੱਖ ਰਿਹਾ ਹੈ, ਤੇ ਸਿੱਖ ਨੇ ਜਦੋਂ ਗੁਰੂ ਦਾ ਉਪਦੇਸ਼ ਕਮਾਇਆ, ਫਿਰ ਚੇਲਾ ਗੁਰੂ ਬਣ ਗਿਆ। ਭਾਈ ਲਹਿਣੇ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੁਕਮ ਮੰਨਿਆ, ਸੇਵਾ ਕਮਾਈ, ਤੇ ਸਿੱਖ ਤੋਂ ਗੁਰੂ ਪਦਵੀ ਤੇ ਪਹੁੰਚ ਗਏ। ਗੁਰ ਚੇਲਾ ਚੇਲਾ ਗੁਰੂ, ਇਹ ਸਿੱਖੀ ਦਾ ਹੀ ਸਿਧਾਂਤ ਹੈ। ਆਪੇ ਗੁਰ ਚੇਲਾ ਹੈ ਆਪੇ। ਹੁਣ ਕਲਗੀਧਰ ਸਤਿਗੁਰੂ ਮਹਾਰਾਜ ਜੀ ਪੰਜਾਂ ਸਿੱਖਾਂ ਦੇ ਸੀਸ ਲੈ ਕੇ ਸਾਨੂੰ ਅੰਮ੍ਰਿਤ ਦੀ ਦਾਤ ਬਖਸ਼ਦੇ ਹੈ। ਪਹਿਲੋਂ ਆਪ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ, ਤੇ ਫਿਰ ਆਪ ਪੰਜਾਂ ਦੇ ਅੱਗੇ ਹੱਥ ਜੋੜ ਕੇ ਕਹਿੰਦੇ, ਖਾਲਸਾ ਜੀ ਮੈਨੂੰ ਅੰਮ੍ਰਿਤ ਦੀ ਦਾਤ ਬਖਸ਼ੋ। ਇਹ ਪੰਜ ਪਿਆਰੇ ਮੇਰੇ ਗੁਰੂ ਹਨ। ਆਪ ਗੁਰੂ ਤੇ ਫਿਰ ਆਪ ਚੇਲਾ ਬਣ ਗਏ। ਸੋ ਚੇਲਾ ਗੁਰੂ ਹੈ, ਗੁਰੂ ਚੇਲਾ ਹੈ। ਪੁਰਖਹੁ ਪੁਰਖ ਚਲਤ ਵਰਤਾਇਆ, ਤੇ ਕੈਸਾ ਕੌਤਕ ਵਰਤਾਇਆ ਹੈ।
ਪੂਰਨ ਪੁਰਖ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪੁਰਖ ਭਾਈ ਲਹਿਣੇ ਨੂੰ ਗੁਰੂ ਬਣਾ ਦਿੱਤਾ। ਇਹ ਕੌਤਕ ਸਤਿਗੁਰੂ ਨੇ ਵਰਤਾਇਆ ਹੈ। ਸਰੀਰ ਦੇ ਅੰਗਾਂ ਨਾਲ ਲਾ ਕੇ ਭਾਈ ਲਹਿਣੇ ਤੋਂ ਗੁਰੂ ਅੰਗਦ ਦੇਵ ਬਣਾ ਦਿੱਤਾ। ਗੁਰਮੁਖ ਸੁਖ ਫਲ ਅਲਖ ਲਖਾਇਆ। ਗੁਰਮੁਖਾਂ ਨੇ ਅਲਖ ਪਰਮਾਤਮਾ ਦੇ ਵੱਲੋਂ ਜੋ ਸੁਖ ਫਲ ਮਿਲਦਾ ਨਾ, ਉਸ ਨੂੰ ਜਾਣਿਆ ਹੈ, ਜਾਂ ਗੁਰਮੁਖਾਂ ਨੇ ਸੁਖ ਫਲ ਦੀ ਪ੍ਰਾਪਤੀ ਕੀਤੀ ਹੈ। ਆਪ ਅਲਖ ਨੂੰ ਜਾਣਿਆ ਹੈ ਅਤੇ ਹੋਰਾਂ ਦੇ ਤਾਈਂ ਵੀ ਪਰਮੇਸ਼ਰ ਵਾਹਿਗੁਰੂ ਜੀ ਦੇ ਬਾਰੇ ਜਣਾਇਆ ਹੈ, ਹੋਰਾਂ ਨੂੰ ਵੀ ਦੱਸਿਆ ਹੈ। 6ਵੀਂ ਪੌੜੀ ਦੇ ਵਿੱਚ ਜਿਹੜੇ ਗੁਰਮੁਖ ਪਿਆਰੇ ਹੁੰਦੇ ਹੈ ਉਹ ਨਿਰਲੇਪ ਰਹਿੰਦੇ ਹੈ। ਭਾਈ ਸਾਹਿਬ ਜੀ ਦੱਸ ਰਹੇ ਨੇ, ਪਰ ਘਰ ਜਾਏ ਪਰਾ ਹੋਣਾ, ਆਸਾ ਵਿੱਚ ਨਿਰਾਸ ਵਲਾਏ। ਓਪਰੇ ਘਰ ਦੇ ਵਿੱਚ ਜਿਵੇਂ ਪ੍ਰਾਹੁਣਾ ਜਾਂਦਾ ਹੈ, ਪਰ ਉਹ ਆਸ ਤੋਂ ਨਿਰਾਸ਼ ਰਹਿੰਦਾ ਹੈ। ਓਪਰੇ ਘਰ ਵਿੱਚ ਪ੍ਰਾਹੁਣਾ ਜਾਂਦਾ ਹੈ, ਉਹਦੇ ਮਨ ਵਿੱਚ ਇਹ ਥੋੜ੍ਹੀ ਹੁੰਦਾ ਵੀ ਮੈਂ ਸਦਾ ਇੱਥੇ ਹੀ ਬੈਠੇ ਰਹਿਣਾ ਹੈ। ਉਹਨੂੰ ਪਤਾ ਮੈਂ ਕੁਝ ਘੜੀਆਂ ਜਾਂ ਇੱਕ ਦਿਨ ਰਹਾਂਗਾ, 2 ਦਿਨ ਰਹਾਂਗਾ, ਤੁਰ ਜਾਣਾ ਹੈ। ਗੁਰਮੁਖ ਪਿਆਰੇ ਜਿਹੜੇ ਨੇ ਨਾ, ਉਹ ਇਸੇ ਤਰ੍ਹਾਂ ਸੰਸਾਰ ਦੇ ਵਿੱਚ ਆਪਣੇ ਆਪ ਨੂੰ ਆਇਆ ਪ੍ਰਾਹੁਣਾ ਸਮਝਦੇ ਵੀ ਥੋੜ੍ਹੇ ਦਿਨਾਂ ਦੀ ਜ਼ਿੰਦਗੀ ਹੈ, ਇੱਥੋਂ ਤੁਰ ਜਾਣਾ, ਸਦਾ ਇੱਥੇ ਨਹੀਂ ਰਹਿਣਾ। ਜੈਸੇ ਰਹਿਣ ਪਰਾਹੁਣੇ, ਉੱਠ ਚੱਲ ਸਹਿ ਪ੍ਰਭਾਤ, ਗੁਰਬਾਣੀ ਦਾ ਬਚਨ। ਸੋ ਪ੍ਰਾਹੁਣਿਆਂ ਵਾਂਗ ਸੰਸਾਰ ਵਿੱਚ ਸਮਝਦੇ ਹੈ, ਪੱਕਾ ਨਹੀਂ ਸਮਝਦੇ ਵੀ ਅਸੀਂ ਸਦਾ ਟਿਕੇ ਰਹਿਣਾ ਹੈ। ਪਾਣੀ ਅੰਦਰ ਕਵਲ ਜਿਉਂ, ਸੂਰਜ ਧਿਆਨ ਅਲਿਪਤ ਰਹਾਏ। ਜਿਵੇਂ ਕੌਲ ਫੁੱਲ ਪਾਣੀ ਦੇ ਵਿੱਚ ਰਹਿੰਦਾ ਹੈ, ਸੂਰਜ ਜਦੋਂ ਚੜ੍ਹਦਾ ਹੈ ਉਹ ਖਿੜਦਾ ਹੈ। ਕੌਲ ਫੁੱਲ ਦਾ ਧਿਆਨ ਸੂਰਜ ਵੱਲ ਹੁੰਦਾ ਹੈ ਉਤਾਂਹ ਨੂੰ, ਅਤੇ ਪਾਣੀ ਤੋਂ ਉਹ ਅਲਿਪਤ ਰਹਿੰਦਾ, ਨਿਰਲੇਪ ਰਹਿੰਦਾ ਹੈ ਪਾਣੀ ਵਿੱਚ, ਪਰ ਪਾਣੀ ਤੋਂ ਉੱਪਰ ਹੈ, ਨਿਰਲੇਪ ਹੈ। ਇਸੇ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ ਨੇ ਨਾ, ਗੁਰਸਿੱਖ, ਇਹ ਸੰਸਾਰ 'ਚ ਰਹਿੰਦੇ ਹੈ। ਉਹ ਪਰਿਵਾਰ ਨੂੰ, ਘਰ ਨੂੰ ਛੱਡ ਕੇ ਕਿਤੇ ਜੰਗਲ ਬੀਆਬਾਨ ਵਿੱਚ ਨਹੀਂ ਜਾਂਦੇ। ਉਹ ਘਰ ਪਰਿਵਾਰ ਦੇ ਵਿੱਚ, ਸੰਸਾਰ ਦੇ ਵਿੱਚ, ਗ੍ਰਸਤ ਦੇ ਵਿੱਚ ਰਹਿੰਦਿਆਂ ਹੋਇਆਂ ਇਹਦੇ ਤੋਂ ਨਿਰਲੇਪ ਰਹਿੰਦੇ ਆ, ਮੋਹ 'ਚ ਨਹੀਂ ਫਸਦੇ। ਅਤੇ ਜਿਵੇਂ ਕੌਲ ਫੁੱਲ ਦਾ ਧਿਆਨ ਸੂਰਜ ਵੱਲ ਹੈ, ਇਸੇ ਤਰ੍ਹਾਂ ਜੋ ਉੱਚਾ ਸਭ ਤੋਂ ਪਰਮੇਸ਼ਰ ਪਰਮਾਤਮਾ ਹੈ ਨਾ, ਗੁਰਮੁਖਾਂ ਦਾ ਧਿਆਨ ਉਹਦੇ ਵਿੱਚ ਰਹਿੰਦਾ ਹੈ। ਹਾਥ ਪਾਓ ਕਰ ਕਾਮ ਸਭ, ਚੀਤ ਨਿਰੰਜਨ ਨਾਲ, ਇਹ ਸਿਧਾਂਤ ਹੈ। ਸ਼ਬਦ ਸੁਰਤ ਸਤ ਸੰਗ ਮਿਲ, ਗੁਰ ਚੇਲੇ ਦੀ ਸੰਧ ਮਿਲਾਏ। ਸਤ ਸੰਗਤ ਦੇ ਵਿੱਚ ਜਿਹੜੇ ਗੁਰਮੁਖ ਨੇ, ਸ਼ਬਦ ਅਤੇ ਸੁਰਤ ਦਾ ਮਿਲਾਪ ਕਰਦੇ ਨੇ। ਸ਼ਬਦ ਕੀ ਹੈ? ਗੁਰੂ। ਸੁਰਤ ਕੀ ਹੈ? ਚੇਲਾ। ਭਾਈ ਸਾਹਿਬ ਜੀ ਕਹਿੰਦੇ ਗੁਰ ਚੇਲੇ ਦੀ ਸੰਧ ਮਿਲਾਏ। ਸੰਧ ਦਾ ਅਰਥ ਹੁੰਦਾ ਸੰਧੀ, ਮੇਲ ਹੋਣਾ। ਗੁਰੂ ਅਤੇ ਚੇਲੇ ਦੀ ਜਿਹੜੀ ਮਿਲਾਉਣੀ ਹੈ, ਉਹ ਸਤ ਸੰਗਤ ਦੇ ਵਿੱਚ ਮਿਲਾਉਂਦੇ ਹੈ। ਭਾਵ ਜਿਹੜਾ ਸ਼ਬਦ ਹੈ ਨਾ, ਉਹਦੇ ਵਿੱਚ ਸੁਰਤ ਨੂੰ ਲਾ ਲੈਂਦੇ ਹੈ। ਇਹ ਚੇਲੇ ਅਤੇ ਗੁਰੂ ਦਾ ਮੇਲ ਹੈ। 4 ਵਰਨ ਗੁਰ ਸਿੱਖ ਹੋਏ, ਸਾਧ ਸੰਗਤ ਸੱਚ ਖੰਡ ਵਸਾਏ। ਜਿਹੜੇ 4 ਵਰਨ ਨੇ, ਇਹ ਗੁਰੂ ਦੇ ਸਿੱਖ ਬਣਦੇ ਹੈ। 4 ਵਰਨ ਕਿਹੜੇ ਨੇ? ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ। ਇਹਨਾਂ 4 ਵਰਨਾਂ ਵਿੱਚੋਂ ਜਿਹੜਾ ਮਰਜ਼ੀ ਗੁਰਸਿੱਖੀ ਦੀ ਮਰਿਆਦਾ ਨੂੰ ਧਾਰ ਕੇ ਗੁਰੂ ਦਾ ਸਿੱਖ ਬਣਿਆ, ਕਿਸੇ ਨੂੰ ਕੋਈ ਰੋਕ ਟੋਕ ਨਹੀਂ। ਪਰ ਸਿੱਖ ਬਣ ਕੇ ਜੇ ਇਹ 'ਚ ਪਵੇਗਾ ਮੈਂ ਬ੍ਰਾਹਮਣ, ਉਹ ਫਲਾਣਾ ਖੱਤਰੀ, ਫਲਾਣਾ ਸ਼ੂਦਰ, ਉਹ ਫਿਰ ਗੁਰੂ ਦੀ ਪ੍ਰਸੰਨਤਾ ਨਹੀਂ ਲੈ ਸਕਦਾ। 4 ਵਰਨ ਗੁਰਸਿੱਖ ਹੋ ਕੇ ਸਾਧ ਸੰਗਤ ਰੂਪੀ ਸੱਚਖੰਡ ਦੇ ਵਿੱਚ ਵੱਸਦੇ ਹੈ। ਆਪ ਗਵਾਏ ਤੰਬੋਲ ਰਸ, ਖਾਏ ਚਬਾਏ ਸੋ ਰੰਗ ਚੜ੍ਹਾਏ। ਹੁਣ ਭਾਈ ਗੁਰਦਾਸ ਸਾਹਿਬ ਜੀ ਨੇ ਉਦਾਹਰਣ ਦਿੱਤੀ ਹੈ, ਦ੍ਰਿਸ਼ਟਾਂਤ, ਵੀ ਇਹ ਜਿਹੜੇ 4 ਵਰਨ ਨੇ ਨਾ, ਇਹ ਸਾਧ ਸੰਗਤ ਵਿੱਚ ਆ ਕੇ ਕਿਵੇਂ ਇਹਨਾਂ ਨੂੰ ਗੁਰੂ ਪ੍ਰੇਮ ਦਾ ਰੰਗ ਚੜ੍ਹਦਾ, ਭਗਤੀ ਦਾ ਰੰਗ ਚੜ੍ਹਦਾ ਹੈ।
ਆਪ ਗਵਾਏ ਤੰਬੋਲ ਰਸ। ਜਿਹੜਾ ਤੰਬੋਲ ਹੁੰਦਾ ਨਾ, ਬੀੜਾ ਤੰਬੋਲ ਦਾ, 4 ਚੀਜ਼ਾਂ ਉਹਦੇ ਵਿੱਚ ਪੈਂਦੀਆਂ ਨੇ। ਕੱਥ, ਸੁਪਾਰੀ, ਪਾਨ ਤੇ ਚੂਨਾ। ਕੱਥ, ਸੁਪਾਰੀ, ਪਾਨ ਤੇ ਚੂਨਾ। ਉਹ ਜਦੋਂ ਬਣਾ ਕੇ ਦੇ ਦਿੰਦੇ ਆ ਨਾ ਪਾਨ, ਤੇ ਜਿਹੜੇ ਲੋਕ ਖਾਂਦੇ ਉਹਦੇ ਮੂੰਹ 'ਚ ਪਾਉਂਦੇ, ਉਹ ਚਬਾਉਂਦਾ ਏ ਉਹਨੂੰ। ਉਹ ਫਿਰ 4 ਚੀਜ਼ਾਂ ਆਪਾ ਭਾਵ ਨੂੰ ਗਵਾ ਦਿੰਦੀਆਂ। ਉਹਦੇ 'ਚੋਂ ਇੱਕ ਸੁਰਖ ਲਾਲ ਰੰਗ ਪੈਦਾ ਹੁੰਦਾ। ਪਾਨ ਖਾਣ ਵਾਲਿਆਂ ਦਾ ਮੂੰਹ ਵੇਖਿਓ ਕਦੇ, ਐ ਲਾਲ ਜਿਵੇਂ ਲਹੂ ਨਾਲ ਭਰਿਆ ਹੁੰਦਾ। ਉਹ 4 ਚੀਜ਼ਾਂ ਉਹਨਾਂ ਨੇ ਆਪਾ ਭਾਵ ਮੇਟ ਕੇ ਕੀ ਬਣਿਆ? ਲਾਲ ਰੰਗ। ਇਹ ਦ੍ਰਿਸ਼ਟਾਂਤ ਆ। ਇਹ ਨਾ ਸਮਝ ਲਿਓ ਕਿਤੇ ਗੁਰਬਾਣੀ ਦੇ ਵਿੱਚ ਬਹੁਤ ਵਾਰ ਇਹ ਤੰਬੋਲ ਦਾ ਜ਼ਿਕਰ ਆਇਆ ਭਾਈ ਗੁਰਦਾਸ ਦੀਆਂ ਵਾਰਾਂ 'ਚ, ਵੀ ਕਿਤੇ ਮਹਾਰਾਜ ਕਹਿੰਦੇ ਪਾਨ ਖਾਈ ਜਾਓ, ਚਬਾਈ ਜਾਓ। ਕਿਉਂ ਕਈਆਂ ਨੂੰ ਨਹੀਂ ਨਾ ਪਤਾ ਹੁੰਦਾ ਵੀ ਇਹ ਕਿਉਂ ਦੱਸਿਆ, ਕੀ ਗੱਲ ਕਿਹੜੀ ਸਮਝਾਈ ਜਾ ਰਹੀ ਹੈ। ਵੀ ਜਿਹੜੇ 4 ਵਰਣ ਨੇ ਨਾ, ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ, ਜਦੋਂ ਗੁਰਸਿੱਖੀ ਨੂੰ ਧਾਰਨ ਕਰਦੇ ਆ, ਫਿਰ ਬ੍ਰਾਹਮਣ ਪੁਣਾ, ਖੱਤਰੀ ਪੁਣਾ, ਵੈਸ਼ ਪੁਣਾ, ਸ਼ੂਦਰ ਪੁਣਾ ਖਤਮ ਹੋ ਜਾਂਦਾ ਹੈ। ਜਿਵੇਂ ਕੱਥ, ਸੁਪਾਰੀ, ਚੂਨਾ ਤੇ ਪਾਨ, ਇਹ ਜਦੋਂ ਮੂੰਹ ਵਿੱਚ ਪਾ ਕੇ ਬੰਦਾ ਚਬਾਉਂਦਾ ਹੈ, ਤਦੋਂ ਫਿਰ ਲਾਲ ਰੰਗ ਨਿਕਲ ਆਉਂਦਾ ਹੈ। ਇਸੇ ਤਰ੍ਹਾਂ ਇਹਨਾਂ 4 ਵਰਣਾਂ ਦੇ ਆਪਾ ਭਾਵ ਨੂੰ ਛੱਡ ਦਿੰਦੇ ਹੈ, ਅਤੇ ਗੁਰਸਿੱਖੀ ਨੂੰ ਧਾਰਨ ਵਾਲੇ ਗੁਰੂ ਦੇ ਪਿਆਰੇ ਸਿੱਖ ਗੁਰੂ ਦੇ ਪ੍ਰੇਮ ਰਸ ਦੇ ਵਿੱਚ ਮਗਨ ਹੁੰਦੇ ਹੈ। ਭਗਤੀ ਦਾ ਰੰਗ ਉਹਨਾਂ ਵਿੱਚੋਂ ਦਿਸਦਾ ਹੈ, ਭਗਤੀ ਦਾ ਰੰਗ ਉਹਨਾਂ ਨੂੰ ਚੜ੍ਹਦਾ ਹੈ। ਛੇ ਦਰਸ਼ਨ ਤਰਸਨ ਖੜੇ, ਬਾਰਹਿ ਪੰਥ ਗਿਰੰਥ ਸੁਨਾਏ। 6 ਦਰਸ਼ਨ, ਜਿਹੜੇ 6 ਸ਼ਾਸਤਰ ਨੇ, ਹਰੇਕ ਸ਼ਾਸਤਰ ਦਾ ਸਿਧਾਂਤ ਵੱਖਰਾ ਹੈ। ਅਤੇ ਇਹਨਾਂ ਸ਼ਾਸਤਰਾਂ ਨੂੰ ਜਿਹੜੇ ਮੰਨਣ ਵਾਲੇ ਨੇ ਨਾ, ਭਾਈ ਗੁਰਦਾਸ ਜੀ ਕਹਿੰਦੇ ਉਹ ਲੋਕ ਤੇ 12 ਪੰਥ ਜੋਗੀਆਂ ਦੇ, ਉਹ ਆਪੋ ਆਪਣੇ ਗ੍ਰੰਥ ਪੜ੍ਹਦੇ ਐ, ਸੁਣਦੇ ਐ, ਹੋਰਾਂ ਨੂੰ ਸੁਣਾਉਂਦੇ ਐ। ਪਰ ਜਿਹੜੀ ਪਦਵੀ, ਜਿਹੜੀ ਅਵਸਥਾ ਗੁਰਮੁਖਾਂ ਨੂੰ ਮਿਲਦੀ ਹੈ ਨਾ, ਉਹ ਖਲੋਤੇ ਤਰਸਦੇ ਰਹਿੰਦੇ ਐ। ਉਹਨਾਂ 6 ਸ਼ਾਸਤਰਾਂ ਨੂੰ ਮੰਨਣ ਵਾਲੇ, 12 ਪੰਥ ਜੋਗੀਆਂ ਦੇ, ਉਹ 'ਤੇ ਚੱਲਣ ਵਾਲੇ, ਉਹਨਾਂ ਨੂੰ ਪਦਵੀ ਉਹ ਮਿਲਦੀ ਨਹੀਂ। ਤਰਸਦੇ ਖਲੋਤੇ ਤਰਸਦੇ ਰਹਿੰਦੇ ਐ। 6 ਰੁੱਤ 12 ਮਾਸ ਕਰ, ਇੱਕ ਇੱਕ ਸੂਰਜ ਚੰਦ ਦਿਖਾਏ। 6 ਰੁੱਤਾਂ ਨੇ ਅਤੇ 12 ਮਹੀਨੇ ਨੇ, 2 ਮਹੀਨਿਆਂ ਦੀ ਇੱਕ ਰੁੱਤ ਹੈ। 6 ਰੁੱਤਾਂ ਅਤੇ 12 ਮਹੀਨੇ ਇਹ ਬਣਾਏ ਨੇ, ਅਤੇ ਇਹਨਾਂ 6 ਰੁੱਤਾਂ ਅਤੇ 12 ਮਹੀਨਿਆਂ ਦੇ ਵਿੱਚ ਇੱਕ ਹੀ ਸੂਰਜ ਹੈ ਅਤੇ ਇੱਕ ਹੀ ਚੰਦਰਮਾ। ਇਹ ਨਹੀਂ ਵੀ ਸੂਰਜ ਵੀ 6 ਨੇ, 6 ਰੁੱਤਾਂ ਨੇ, ਮਹੀਨੇ 12 ਅਤੇ ਸੂਰਜ ਵੀ 12 ਅਤੇ ਚੰਦਰਮਾ ਵੀ 12। ਉਹੀ ਸੂਰਜ ਹੈ, ਉਹੀ ਚੰਦਰਮਾ ਹੈ। ਸੂਰਜ ਇੱਕ ਹੈ, ਚੰਦ ਇੱਕ ਹੈ। ਇਸੇ ਤਰ੍ਹਾਂ 6 ਸ਼ਾਸਤਰਾਂ ਨੂੰ ਜਿਹੜੇ ਮੰਨਣ ਵਾਲੇ ਆ, ਉਹਨਾਂ ਵਿੱਚ ਵੀ ਇੱਕ ਪਰਮੇਸ਼ਰ ਦੀ ਜੋਤ ਹੈ, ਅਤੇ 12 ਮਹੀਨਿਆਂ ਦੇ ਨਿਆਈ ਜਿਹੜੇ 12 ਪੰਥ ਜੋਗੀਆਂ ਦੇ, ਉਹਨਾਂ ਦੇ ਵਿੱਚ ਵੀ ਇੱਕ ਪਰਮਾਤਮਾ ਦੀ ਹੀ ਜੋਤ ਹੈ। ਇੱਕੋ ਹੀ ਹੈ, ਉਹ ਸਾਰਿਆਂ ਦੇ ਵਿੱਚ ਵਸਦਾ ਹੈ। ਸੋ ਗੁਰਮੁਖ ਇਸ ਤਰ੍ਹਾਂ ਆਪਣੇ ਮਨ ਵਿੱਚ ਜਾਣਦੇ ਹੈ। 12 16 ਮੇਲ ਕੈ, ਸਸੀਅਰ ਅੰਦਰ ਸੂਰ ਸਮਾਏ। 12 ਅਤੇ 16 ਨੂੰ ਮੇਲ ਕੇ, 12 ਰਾਸਾਂ ਸੂਰਜ ਦੀਆਂ ਅਤੇ 16 ਕਲਾ ਚੰਦਰਮਾ ਦੀਆਂ। ਚੰਦਰਮਾ ਦੀਆਂ ਜਿਹੜੀਆਂ ਤਿੱਥਾਂ ਨੇ, ਕਲਾ ਕਹਿ ਲਓ। 12 ਅਤੇ 16 ਇਹਨਾਂ ਨੂੰ ਮੇਲ ਕੇ, ਸਸੀਅਰ ਅੰਦਰ ਸੂਰ ਸਮਾਏ। ਸਸੀਅਰ ਕਹਿੰਦੇ ਚੰਦਰਮਾ ਨੂੰ, ਚੰਦਰਮਾ ਦੇ ਵਿੱਚ ਸੂਰਜ ਨੂੰ ਗੁਰਮੁਖਾਂ ਨੇ ਸਮਾਇਆ ਹੋਇਆ ਹੈ। ਇਹਦਾ ਭਾਵ ਇਹ ਹੈ ਕਿ ਜਿਹੜੀਆਂ 12 ਸੂਰਜ ਦੀਆਂ ਰਾਸਾਂ ਅਤੇ 16 ਕਲਾ ਜਿਹੜੀਆਂ ਚੰਦਰਮਾ ਦੀਆਂ, ਇਹਨਾਂ ਨੂੰ ਮੇਲ ਕੇ ਚੰਦਰਮਾ ਦੇ ਵਿੱਚ ਸੂਰਜ ਨੂੰ ਮਿਲਾਇਆ ਹੈ। ਜਿਵੇਂ ਪ੍ਰਤੱਖ ਵੀ ਚੰਦਰਮਾ ਦੇ ਕੋਲ ਆਪਣਾ ਪ੍ਰਕਾਸ਼ ਨਹੀਂ, ਸੂਰਜ ਦਾ ਪ੍ਰਕਾਸ਼ ਹੀ ਚੰਦਰਮਾ ਦੇ ਕੋਲ ਹੈ,
ਅਤੇ ਸੂਰਜ ਚੰਦਰਮਾ ਦੇ ਘਰ ਵਿੱਚ ਸਮਾਉਂਦਾ ਹੈ। ਇਸੇ ਤਰ੍ਹਾਂ ਜਿਹੜਾ ਚੰਦਰਮਾ ਹੈ ਇਹ ਸਤੋ ਗੁਣੀ ਹੈ, ਠੰਡਾ ਹੈ। ਸੂਰਜ ਕੀ ਹੈ? ਤਮੋ ਗੁਣੀ ਹੈ, ਕ੍ਰੋਧੀ ਹੈ। ਜਿਸ ਬੰਦੇ 'ਚ ਤਮੋ ਗੁਣ ਵੱਧ ਹੁੰਦਾ ਉਹ ਕ੍ਰੋਧੀ ਹੁੰਦਾ ਹੈ। ਸੋ ਜਿਹੜਾ ਤਮੋ ਗੁਣ ਹੈ ਨਾ ਉਹ ਗੁਰਮੁਖਾਂ ਨੇ ਸਤੋ ਗੁਣ ਦੇ ਵਿੱਚ ਲੀਨ ਕਰ ਦਿੱਤਾ ਹੈ। ਸਿਵ ਸਕਤੀ ਨੋ ਲੰਘ ਕੈ ਗੁਰਮੁਖ ਇੱਕ ਮਨ ਇੱਕ ਧਿਆਏ। ਫਿਰ ਸਿਵ ਸ਼ਕਤੀ ਦਾ ਭਾਵ ਅਰਥ ਸਤੋ ਅਤੇ ਤਮੋ ਗੁਣ। ਸ਼ਿਵ ਜਿਹੜਾ ਸ਼ਿਵ ਜੀ ਹੈ ਨਾ ਉਹ ਗੁੱਸੇ ਵਾਲਾ ਥੋੜ੍ਹਾ, ਉਹ ਤਮੋ ਗੁਣ ਹੈ। ਸ਼ਕਤੀ ਜਿਹੜੀ ਪਾਰਵਤੀ ਆ ਉਹ ਸਤੋ ਗੁਣੀ ਹੈ। ਤਮੋ ਗੁਣ ਸਤੋ ਗੁਣ ਇਹਨਾਂ ਸਾਰਿਆਂ ਤੋਂ ਲੰਘ ਕੇ ਜਿਹੜੇ ਗੁਰਮੁਖ ਨੇ ਇੱਕ ਮਨ ਹੋ ਕੇ ਪਰਮਾਤਮਾ ਨੂੰ ਚੇਤੇ ਕਰਦੇ ਆ। ਬਾਣੀ ਦਾ ਅਸੀਂ ਬਚਨ ਪੜ੍ਹਦੇ ਹਾਂ, ਰਜ ਗੁਣ ਤਮ ਗੁਣ ਸਤਗੁਣ ਕਹੀਐ, ਇਹ ਤੇਰੀ ਸਭ ਮਾਇਆ, ਚੌਥੇ ਪਦ ਕੋ ਜੋ ਨਰ ਚੀਨੈ ਤਿਨ ਹੀ ਪਰਮ ਪਦ ਪਾਇਆ। ਰਜੋ ਤਮੋ ਸਤੋ ਗੁਣ ਇਹਨਾਂ ਸਾਰਿਆਂ ਤੋਂ ਉੱਤੇ ਹੋ ਜਾਂਦੇ ਹੈ ਗੁਰਮੁਖ, ਅਤੇ ਚੌਥੀ ਪਦਵੀ, ਚੌਥੀ ਭੂਮਿਕਾ, ਤੁਰੀਆ ਅਵਸਥਾ ਦੇ ਵਿੱਚ ਪਹੁੰਚ ਜਾਂਦੇ ਹੈ। ਇੱਕ ਮਨ ਪਰਮਾਤਮਾ ਨੂੰ ਧਿਆਉਂਦੇ ਹੈ। ਪੈਰੀ ਪੈ ਜਗ ਪੈਰੀ ਪਾਇਆ। ਆਪ ਗੁਰਮੁਖ ਪਿਆਰੇ ਗੁਰੂ ਸਾਹਿਬ ਦੇ ਚਰਨੀ ਪੈਂਦੇ ਹੈ ਅਤੇ ਸਾਰੇ ਜਗਤ ਨੂੰ ਆਪਣੇ ਚਰਨੀ ਪਾ ਲੈਂਦੇ ਹੈ। ਸੋ ਇਉਂ ਗੁਰਮੁਖ ਪਿਆਰੇ ਉਹਨਾਂ ਦੀ ਅਵਸਥਾ ਬਹੁਤ ਉੱਚੀ ਹੁੰਦੀ ਹੈ। ਸਤਿਗੁਰੂ ਮਿਹਰ ਕਰਨ, ਵਿਚਾਰਾਂ ਕਰਦੇ ਹਾਂ, ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਸਿਵ ਸਕਤੀ ਨੋ ਲੰਘ ਕੈ ਗੁਰਮੁਖ ਇੱਕ ਮਨ ਇੱਕ ਧਿਆਏ, ਪੈਰੀ ਪੈ ਜਗ ਪੈਰੀ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जी कोई न जाने कुचेले भगवान, नगरी सुमरन सुतर तारी, कम से होए सो